ਪੰਜਾਂ ਖੰਡਾਂ ਦਾ ਨਿਰਣਾ। ਸਾਡੇ ਗੁਰੂ ਸਾਹਿਬਾਨ ਨੇ ਧੁਰੋਂ ਆਈ ਗੁਰਬਾਣੀ ਦਾ ਦਿਵ ਚਾਨਣਾ ਪਾ ਕੇ ਅਕਾਲ ਪੁਰਖ ਦੀ ਗੁਪਤ ਰਚਨਾ ਸੰਬੰਧੀ ਆਪਣੇ ਧੁਰ ਅਗੰਮੀ ਖੇਡ ਨੂੰ ਪਹੁੰਚੇ ਹੋਏ ਦਿਵ ਦ੍ਰਿਸ਼ਟੇ ਦੀਦਿਆਂ ਦੀ ਉਹ ਚਸ਼ਮਦੀਦ ਸਾਖਾ ਭਰੀ ਹੈ, ਜਿਸ ਨੂੰ ਗੁਰੂ ਵਿਚਾਰ ਦੀ ਰੋਸ਼ਨੀ ਤੱਲੇ ਵਿਚਾਰ ਕੇ ਚਕਰਤ ਰਹਿ ਜਾਈਦਾ ਹੈ। ਪਰੰਤੂ ਜੋ ਕੁਝ ਵੀ ਸਾਡੇ ਸਰਬੱਗ ਸਤਿਗੁਰੂ ਸਾਹਿਬਾਨ ਨੇ ਗੁਰੂ ਬਾਣੀ ਦੁਆਰਾ ਵਰਣਨ ਕੀਤਾ, ਉਹ ਇਹਨਾਂ ਸਮਰੱਥ ਸਾਹਿਬਾਨ ਦਾ ਅੱਖੀਂ ਪੇਖਿਆ ਧੁਰ ਦ੍ਰਿਸ਼ਟਿਆ ਸਾਖਸ਼ਾਤਕਾਰ ਕੀਤਾ ਤਜਰਬਾ ਹੈ। ਉਸ ਵਿੱਚ ਸਿਦਕਵਾਨ ਗੁਰਮੁਖਾਂ ਲਈ ਤਾਂ ਕਿੰਤੂ ਕਰਨ ਦੀ ਰੰਚਕ ਮਾਤਰ ਵੀ ਗੁੰਜਾਇਸ਼ ਨਹੀਂ, ਪਰੰਤੂ ਫਿਰ ਵੀ ਬਹੁਤ ਸਾਰੇ ਸਿੱਖ ਸੱਜਣ ਐਸੇ ਹਨ ਜੋ ਗੁਰਬਾਣੀ ਨੂੰ ਪੜ੍ਹ ਸੁਣ ਕੇ ਵੀ ਗੁਰਬਾਣੀ ਅੰਦਰ ਦਰਸਾਈ ਗੁਪਤ ਚਮਤਕਾਰੀ ਰਚਨਾਵਲੀ ਨੂੰ ਤਤ ਸਤਤਾ ਮੰਨਣੋਂ ਆਕੀ ਜਾਂ ਇਨਕਾਰੀ ਹਨ। ਸ੍ਰੀ ਜਪਜੀ ਸਾਹਿਬ ਦੀ ਬਾਣੀ ਅੰਦਰ ਨਿਰਣਤ ਕੀਤੇ ਪੰਜਾਂ ਖੰਡਾਂ ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸੱਚਖੰਡ ਦੀ ਬਾਬਤ ਉਹਨਾਂ ਦੀ ਇਹ ਰਾਏ ਹੈ ਕਿ ਇਹ ਅਨੁਭਵੀ ਅਵਸਥਾਵਾਂ ਹਨ। ਇਸ ਤੋਂ ਉਹਨਾਂ ਦਾ ਭਾਵ ਇਹ ਹੈ ਕਿ ਇਹ ਖੰਡ ਕੇਵਲ ਅਨੁਭਵ ਦੀ ਰਚਨਾ ਹਨ। ਜੈਸੀ ਜੈਸੀ ਅਨੁਭਵ ਦੀ ਅਵਸਥਾ ਹੁੰਦੀ ਹੈ, ਤੈਸੀ ਤੈਸੀ ਰਚਨਾ ਅਨੁਭਵ ਆਪੇ ਰਚ ਲੈਂਦਾ ਹੈ। ਜੇ ਇਹ ਖੰਡ ਕੇਵਲ ਅਵਸਥਾਵਾਂ ਹੀ ਹਨ ਅਤੇ ਤਤ ਸਤਤਾ ਵਾਲੇ ਕੋਈ ਵਾਸਤਵੀ ਮੰਡਲ ਨਹੀਂ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਹ ਅਵਸਥਾਵਾਂ ਕਿਸ ਅਨੁਭਵ ਦੀ ਰਚਨਾ ਹਨ। ਜੇ ਕਹੋ ਵਿਦਵਾਨਾਂ ਅਥਵਾ ਵਿਦਿਅਕ ਗਿਆਨੀਆਂ ਦੀ ਅਨੁਭਵ ਰਚਨਾ ਦੀਆਂ ਇਹ ਅਵਸਥਾਵਾਂ ਹਨ, ਤਦ ਤੇ ਜਿਤਨੇ ਵੀ ਵਿਦਿਅਕ ਗਿਆਨੀ ਹਨ ਤਿਤਨੀਆਂ ਹੀ ਤਿੰਨਾਂ ਦੀਆਂ ਅਵਸਥਾਵਾਂ ਹੋਣਗੀਆਂ, ਕਿਉਂਕਿ ਜਿਤਨੇ ਵੀ ਬੁੱਧੀਸ਼ਰ ਵਿਦਿਅਕ ਗਿਆਨੀ ਤਿਤਨੇ ਹੀ ਤਿੰਨਾਂ ਦੇ ਅਨੁਭਵ। ਜਾਂ ਜਿਸ ਪ੍ਰਕਾਰ ਦੀ ਜਿਸ ਗਿਆਨਵਾਨ ਬੁੱਧੀਸ਼ਰ ਦੀ ਗਿਆਨ ਅਵਸਥਾ ਹੋਵੇਗੀ, ਤਿਸ ਪ੍ਰਕਾਰ ਦਾ ਅਨੁਭਵੀ ਗਿਆਨ ਉਹ ਖੰਡ ਮੰਡਲਾਂ ਦਾ ਰਚ ਲਵੇਗਾ। ਤਾਂ ਤੇ ਜਿਤਨੀ ਭਾਂਤ ਦੇ ਅਨੁਭਵ ਗਿਆਨ, ਤਿਤਨੀ ਭਾਂਤ ਦੇ ਹੀ ਖੰਡਾਂ ਦੇ ਅਨੁਭਵ। ਇਸ ਬਿਧ ਅਨੁਭਵਾਂ ਅੰਦਰ ਰਚੀਆਂ ਅਵਸਥਾਵਾਂ ਦਾ ਹੀ ਭੇੜ ਮਚ ਜਾਊ। ਬਸ ਇਹ ਅਖੌਤੀ ਗਿਆਨੀਆਂ ਵਿਦਵਾਨਾਂ ਦਾ ਮਹਿਜ਼ ਆਪੋ ਆਪਣਾ ਅਨੁਭਵੀ ਅਨੁਮਾਨ ਰਚਨਾ ਖਿਲੌਣਾ ਕ੍ਰੀਏਸ਼ਨ ਆਫ ਫੈਂਸੀ ਹੀ ਬਣ ਜਾਊ, ਜਿਸ ਨੂੰ ਜਦ ਜੀ ਕਰੇ ਢਾ ਲਿਆ, ਜਦ ਜੀ ਕਰੇ ਉਸਾਰ ਲਿਆ। ਇਹ ਅਨੁਮਾਨ ਅਵਸਥਵੀ ਗਿਆਨਵਾਨ ਦੀ ਅਨੁਭਵੀ ਉਪੰਨੀ ਮਰਜ਼ੀ ਤੇ ਮੁਨਹਸਰ ਹੈ। ਐਸੇ ਖੰਡਾਂ ਦੇ ਧੁਰ ਕੀ ਆਈ ਬਾਣੀ ਅੰਦਰ ਨਿਰਣਤ ਕਰਨ ਦੀ ਗੁਰੂ ਸਾਹਿਬ ਜੀ ਨੂੰ ਕੀ ਲੋੜ ਸੀ। ਜੇ ਕਹੋ ਕਿ ਇਹ ਖੰਡ ਗੁਰੂ ਸਾਹਿਬਾਨ ਦੀ ਅਨੁਭਵੀ ਅਵਸਥਾ ਦੀ ਰਚਨਾ ਹੈ, ਤਦ ਤਾਂ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈਂ ਜੋ ਪੇਖੈਂ ਆਖੀ ਦੇ ਗੁਰਵਾਕ ਅਨੁਸਾਰ ਮੁਯੰਮਾ ਆਪੇ ਹੀ ਹੱਲ ਹੋ ਗਿਆ ਅਤੇ ਸਾਫ਼ ਸਿੱਧ ਹੋ ਗਿਆ ਕਿ ਇਹ ਖੰਡ ਕੋਈ ਅਨੁਭਵੀ ਰਚਨਾ ਨਹੀਂ, ਬਲਕਿ ਗੁਰੂ ਸਾਹਿਬਾਨ ਦੀ ਸੱਚੀ ਸਾਖਸ਼ਾਤਕਾਰਤਾ ਭਰੀ ਸ਼ਾਖਾ ਸ਼ਹਾਦਤ ਅਨੁਸਾਰ ਗੁਰੂ ਸਰੂਪ ਸਤਪੁਰਖਾਂ ਦੇ ਆਪਣੇ ਅੱਖੀਂ ਦੇਖੇ ਤਤ ਸਤਤਾ ਦੀ ਹੋਂਦ ਵਾਲੇ ਖੰਡ ਮੰਡਲ ਹਨ। ਅਤੇ ਇਹਨਾਂ ਦ੍ਰਿਸ਼ਟਮਾਨ ਖੰਡਾਂ ਬ੍ਰਹਮੰਡਾਂ ਦੀ ਸਤਤਾ ਨਾਲੋਂ ਪੰਜਾਂ ਖੰਡਾਂ ਦੀ ਸਤਤਾ ਅਬਚਲ ਪਾਏਦਾਰੀ ਵਾਲੀ ਹੈ। ਸਗੋਂ ਇਹ ਸਾਰੇ ਦ੍ਰਿਸ਼ਟਮਾਨ ਖੰਡ ਮੰਡਲ ਬ੍ਰਹਮੰਡ ਜੋ ਹਨ, ਸੋ ਪੰਜਾਂ ਖੰਡਾਂ ਖਾਸ ਕਰ ਸੱਚਖੰਡ ਦੇ ਆਧਾਰ ਆਸਰੇ ਤੇ ਅੰਤਰਗਤ ਹੀ ਹਨ। ਇਹ ਖੰਡ ਦਿਵ ਮੰਡਲ ਹੀ ਹਨ, ਬੜੀ ਦੂਰ ਹਨ, ਪਰ ਇਹਨਾਂ ਮੰਡਲਾਂ ਵਿੱਚ ਇਸ ਸਰੀਰ ਵਿੱਚ ਹੁੰਦਿਆਂ ਵੀ ਸੂਖਮ ਸਰੀਰ ਸੰਯੁਕਤ ਗੁਰਮਤ ਨਾਮ ਅਭਿਆਸ ਦੀ ਬਰਕਤ ਨਾਲ ਬੜੀ ਛੇਤੀ ਪਹੁੰਚ ਜਾਈਦਾ ਹੈ। ਸਰੀਰ ਤਿਆਗਣ ਪਿੱਛੋਂ ਤਾਂ ਪਹੁੰਚਣਾ ਹੀ ਹੋਇਆ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਇਹਨਾਂ ਪੰਜਾਂ ਖੰਡਾਂ ਦਾ ਅਪਰੋਕਸ਼ ਗਿਆਨ ਉਸ ਉੱਚ ਅਵਸਥਾਵੀ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ ਜੋ ਤਤ ਗੁਰਮਤ ਗਿਆਨ ਦੀ ਸਹਿਜ ਅਵਸਥਾ ਵਾਲੀ ਪਦਵੀ ਉੱਤੇ ਪੁੱਗ ਖਲੋਤਾ ਹੋਵੇ। ਇਸ ਉੱਚ ਆਤਮਕ ਅਵਸਥਾ ਨੂੰ ਪੁੱਗ ਖਲੋਤਾ ਹੋਇਆ ਉੱਤਮ ਪਰਮਾਰਥ ਪਾਂਦੀ ਹੀ ਪੰਜਾਂ ਖੰਡਾਂ ਨੂੰ ਤਤ ਵਾਸਤਵੀ ਸਤਤਾ ਦੀ ਹੋਂਦ ਹਸਤੀ ਵਿੱਚ ਲੱਗ ਸਕਦਾ, ਸਾਂਗੋ ਪਾਂਗ ਦੇਖ ਸਕਦਾ ਹੈ। ਸੱਚੇ ਅਨੁਭਵ ਦਾ ਇੰਕਸ਼ਾਫ ਇਹੀ ਹੈ। ਅਨੁਮਾਨਕ ਅਨੁਭਵ ਦੀ ਇੱਥੇ ਸਮਾਈ ਨਹੀਂ। ਅਨੁਮਾਨ ਅਨੁਭਵ ਵਾਲਿਆਂ ਦੀ ਅਨੁਮਾਨੀ ਅਵਸਥਾ ਹੀ ਹੁੰਦੀ ਹੈ। ਉਕਤ ਪੰਜਾਂ ਖੰਡਾਂ ਦੀ ਸੱਚੀ ਲਖਤਾ ਇਹਨਾਂ ਦਿਵ ਜੋਤੀਆਨੀ ਪੰਜਾਂ ਖੰਡਾਂ ਦੀ ਤਤ ਰੀਅਲਾਈਜ਼ੇਸ਼ਨ ਹੈ। ਤਿੱਥੇ ਅਪੜਨ ਨੂੰ ਰੀਜ਼ਨ, ਯੁਕਤੀ ਅਤੇ ਇੰਟਿਊਸ਼ਨ, ਅਨੁਭਵੀ ਗਿਆਨ ਸਭ ਅਸਮਰੱਥ ਹਨ। ਗੁਰਮਤ ਨਾਮ ਦੀ ਤਤ ਅਭਿਆਸ ਕਮਾਈ ਹੀ ਤਿਸ ਔਜ ਮੋਜ਼ਜ਼ਾਨੀ ਅਵਸਥਾ ਨੂੰ ਅਪੜਾਏ ਸਕਦੀ ਹੈ। ਪਰ ਇਹ ਅਵਸਥਾ ਨਿਰੀ ਅਵਸਥਾ ਹੀ ਨਹੀਂ, ਇਹ ਤਾਂ ਆਤਮ ਪਰਮਾਤਮ ਸਾਖਸ਼ਾਤਕਾਰਕ ਮੰਜ਼ਲ ਲਈ ਅਤ ਉੱਚਾ ਚਾਨਣ ਮੁਨਾਰਾ ਹੈ, ਜਿੱਥੋਂ ਅਤ ਸੂਖਮ ਤੋਂ ਸੂਖਮ ਤਤ ਸਾਰਤਾ ਦੇ ਦਿਵ ਦਰਸ਼ਨੀ ਨਜ਼ਾਰੇ ਅਨੇਕ ਭੰਤਨੀ ਜੋਤ ਜਲਵਨੀ ਪਸਾਰਿਆਂ ਵਿੱਚ ਦਿਵ ਦੀਪਤ ਹੋਏ ਦਿਖਾਈ ਦਿੰਦੇ ਹਨ। ਇੱਥੇ ਸੱਚਾ ਅਨੁਭਵ ਖੁੱਲਦਾ ਹੈ।
ਇਹ ਗੱਲੀਂ ਘੋਖਿਆ ਅਨੁਭਵੀ ਗਿਆਨ ਨਹੀਂ, ਇੱਥੇ ਮਾਨਵੀ ਸਥੂਲਤਾ ਦੇ ਛੌੜ ਕੱਟੇ ਜਾਂਦੇ ਹਨ। ਤਦ ਇਸ ਤਤ ਅਵਸਥਾ ਦਾ ਉਘਾੜ ਹੁੰਦਾ ਹੈ। ਪਰ ਬੜੀਆਂ ਕਠਨ ਕਮਾਈਆਂ ਕਰਕੇ, ਅਰਥਾਤ ਗੁਰਮਤਿ ਦ੍ਰਿੜਾਏ, ਗੁਰਮਤਿ ਦਰਸਾਏ, ਨਾਮ ਅਭਿਆਸ ਦੀਆਂ ਅਤੁੱਟ ਭਗਤ ਕਮਾਈਆਂ ਕਰਕੇ, ਜਿੱਥੇ ਮਨ ਗੁਰਮਤਿ ਰਸ ਗੁਣ ਗਾਵੈ ਗੋ, ਜਿਹਵਾ ਏਕ ਹੋਏ ਲੱਖ ਕੋਟੀ ਕੋਟ ਧਿਆਵੈ ਗੋ। ਰਹਾਓ। ਗੁਰ ਭਾਵ ਵਾਲੀ ਅਥਾ ਅਭਿਆਸ ਕਮਾਈ ਕਰਕੇ, ਓੰਕਾਰ ਏਕੋ ਰਵ ਰਹਿਆ, ਸਭ ਏਕਸ ਮਾਹਿ ਸਮਾਵੈ ਗੋ ਦੇ ਗੁਰਮਤਿ ਭਾਵ ਵਾਲੀ ਆਤਮ ਪਰਮਾਤਮ ਲਖਤਾ ਹੋਵੇ ਅਤੇ ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਏ ਲਖਾਵੈ ਗੋ ਵਾਲੀ ਸਮਦਰਸਤਾ ਅਤੇ ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਬਜਾਵੈ ਗੋ ਤੋਂ ਤਹ ਅਨਹਦ ਧੁਨੀ ਬਾਜੈ ਨਿਤ ਬਾਜੇ, ਨੀਝਰ ਧਾਰ ਚੁਆਵੈ ਗੋ ਵਾਲੀ ਗੁਰਮਤਿ ਵਿਵਸਥਨੀ ਗਮਤਾ ਗਹਿ ਲਈ ਗਈ ਹੋਵੇ, ਉੱਥੇ ਹੀ ਪੰਜਾਂ ਖੰਡਾਂ ਦਾ ਸਾਖਸ਼ਾਤ ਗਿਆਨ ਹੋ ਸਕਦਾ ਹੈ। ਇਕਤ ਜੀਭ ਤੋਂ ਲੱਖ ਜੀਭਾਂ ਹੋ ਜਾਣ, ਲੱਖਾਂ ਤੋਂ ਵੀ ਕਈ ਲੱਖ ਹੋਰ 20 ਗੁਣੀਆਂ ਲੱਖਾਂ ਜੀਭਾਂ ਹੋ ਜਾਣ, ਇਹਨਾਂ ਲੱਖਾਂ ਕਰੋੜਾਂ ਜੀਭਾਂ ਦੁਆਰਾ ਪਰਮ ਈਸ ਜਗਦੀਸ਼ ਦੇ ਇਸ ਇੱਕੋ ਗੁਰਮਤਿ ਨਾਮ ਨੂੰ ਲੱਖ ਲੱਖ ਵਾਰ ਵਿਰਧ ਅਭਿਆਸ ਕਰ ਕਰ ਜਪਿਆ ਜਾਏ, ਤਾਂ ਇਸ ਅਥਾ ਜਪ ਜਾਪ ਦੇ ਪ੍ਰਤਾਪ ਕਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਪੌੜੀਆਂ ਪਤ ਪਵੜੀਆਂ ਤੇ ਚੜੀਦਾ ਹੈ ਅਤੇ ਐਸਾ ਚੜੀਦਾ ਹੈ ਕਿ ਪਰਮੇਸ਼ਰ ਈਸ਼ਰ ਪਰਮਾਤਮਾ ਨਾਲ ਇਕਮਿਕ ਹੋ ਜਾਈਦਾ ਹੈ। ਈਸ਼ਰ ਨਾਲ ਇਕਮਿਕਤਾ ਦੀ ਝਲਕਾਰ ਚਮਤਕਾਰਕ ਜਲਵਨੀ ਦਿਵ ਦਰਸਤਾ ਹੋਇਆਂ ਸਾਰੀ ਹੀ ਰਚਨਾ ਦਾ ਉਘਾੜ ਇਸ ਪ੍ਰਕਾਰ ਹੋ ਜਾਂਦਾ ਹੈ, ਮਾਨੋ ਇੱਕੋ ਨਜ਼ਰ ਫੇਰਿਆਂ ਸਾਰੇ ਗੁਪਤ ਪ੍ਰਗਟ ਨਜ਼ਾਰੇ ਸਾਂਗੋ ਪਾਂਗ ਸਨਮੁਖ ਹੋਏ ਦਿਖਾਈ ਦੇਣ ਲੱਗ ਜਾਂਦੇ ਹਨ। ਅਜਿਹੀਆਂ ਅਗੰਮੀ ਗੱਲਾਂ ਨੂੰ ਸੁਣ ਕੇ ਉੱਥੇ ਪੁੱਜ ਖਲੋਣ ਦੀ ਰੀਸ ਤਾਂ ਸਮਰੱਥਾਹੀਣ ਕਮ ਹੈਸੀਅਤਾਂ ਕੀੜਿਆਂ ਨੂੰ ਆ ਜਾਂਦੀ ਹੈ, ਪਰੰਤੂ ਇਹ ਸਮਰੱਥਾ ਵਾਲਾ ਪਦ ਨਦਰ ਕਰਮੀ ਹੀ ਪਾਈਦਾ ਹੈ। ਹੋਰ ਅਨੁਮਾਨਕ ਅਨੁਭਵ ਸ਼ਕਤੀ ਦੀਆਂ ਕੁੜਾਵੀਆਂ ਡੀਂਗਾਂ ਮਾਰਨ ਵਾਲਿਆਂ ਨੂੰ ਤਾਂ ਕੁੜਾਵੀਆਂ ਰੀਸਾਂ ਠੀਸਾਂ ਗੱਪਾਂ ਹੀ ਹਨ। ਯਥਾ ਗੁਰਵਾਕ ਇੱਕ ਦੂ ਜੀਭੋਂ ਲੱਖ ਹੋਹੈਂ, ਲੱਖ ਹੋਵੈਂ ਲੱਖ ਵੀਸ, ਲੱਖ ਲੱਖ ਗੇੜਾ ਆਖੀਆਂ, ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ, ਚੜ੍ਹਿਐ ਹੋਏ 21, ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਜਪਜੀ ਸਾਹਿਬ ਦੀ ਅਗਲੀ ਪੌੜੀ ਪਿਛਲੀ ਪੌੜੀ ਵਿਖੇ ਨਿਰਣਿਤ ਹੋਈ ਨਦਰ ਕਰਮੀ ਸਮਰੱਥਤਾ ਪ੍ਰਾਪਤੀ ਦੀ ਪ੍ਰੋੜਤਾ ਕਰਦੀ ਹੋਈ ਨਿਰੂਪਣ ਕਰਾਉਂਦੀ ਹੈ ਕਿ ਇਸ ਪਦ ਪ੍ਰਾਪਤ ਹੋਣ ਅਰਥਾਤ ਏਤ ਰਾਹ ਪਤ ਪਵੜੀਆਂ ਚੜ੍ਹਿਐ ਹੋਏ 21 ਵਾਲਾ ਪਰਮ ਪਦ ਪ੍ਰਾਪਤ ਹੋਣ ਵਾਲੀ ਸ਼ਕਤ ਸਮਰੱਥਾ ਵਾਲਾ ਤੇਜ ਪ੍ਰਤਾਪੀ ਇਕਤਦਾਰ ਜ਼ੋਰ ਤਾਣ ਆਖਣ ਮਾਤਰ ਨਾਲ, ਗੱਲਾਂ ਨਾਲ, ਬਹੁਤਾ ਖਰੜ ਗਿਆਨ ਘੋਟਣ ਨਾਲ ਨਸੀਬ ਨਹੀਂ ਹੁੰਦਾ। ਨਾ ਹੀ ਚੁੱਪ ਕੀਤਿਆਂ, ਮੌਨ ਧਾਰਿਆਂ, ਫੋਕੀ ਮੈਡੀਟੇਸ਼ਨ ਕੀਤਿਆਂ ਇਹ ਜ਼ੋਰ ਜ਼ੋਰੀ ਮਰਤਬਾ ਮਿਲਦਾ ਹੈ। ਨਾ ਹੀ ਫੋਕੀਆਂ ਬੇਥਮੀਆਂ ਮੰਗਣਮਈ ਲੇਲੜੀਆਂ ਕੱਢਿਆਂ ਇਹ ਜ਼ੋਰ ਤਾਣ ਤਵੱਸਲ ਹੁੰਦਾ ਹੈ। ਨਾ ਹੀ ਦਾਤੀ ਦਿੱਤਿਆਂ, ਦਾਨ ਪੁੰਨ ਕੀਤਿਆਂ ਇਹ ਸੱਚਾ ਤੇਜ ਸ਼ਕਤੀਸ਼ਰੀ ਜ਼ੋਰ ਉਦੇ ਹੋਏ ਆਉਂਦਾ ਹੈ, ਸਗੋਂ ਦਾਤਾਰ ਬਣਨ ਦਾ ਅਹੰਕਾਰ ਹੀ ਵੱਧਦਾ ਹੈ। ਨਾ ਹੀ ਬਹੁਤੀ ਜੀਵਨੀ ਕਰ ਅਰਥਾਤ ਬਹੁਤੀ ਲੰਮੀ ਉਮਰ ਵਧਣ ਕਰ ਇਹ ਤਤ ਪਰਮਾਰਥ ਸ਼ਕਤਾਣੀਆਂ ਆਤਮ ਬਲ ਜ਼ੋਰ ਉਤਪਨ ਹੁੰਦਾ ਹੈ। ਨਾ ਹੀ ਕਿਸੇ ਪ੍ਰਕਾਰੀ ਹਠ ਕਰਮੀ ਮਰਨੀ ਮਰਿਆਂ ਇਹ ਆਤਮ ਜਨ ਜੁਗਤੀਆਂ ਸੱਚੀ ਬੀਰਤਾ ਵਾਲਾ ਜ਼ੋਰ ਬਲ ਜ਼ਹੂਰ ਪਜ਼ੀਰ ਹੁੰਦਾ ਹੈ। ਨਾ ਹੀ ਰਾਜਮਾਲ ਦਾ ਧਨੀ ਬਣ ਕੇ ਇਹ ਬਲ ਜ਼ੋਰ ਪ੍ਰਾਪਤ ਹੁੰਦਾ ਹੈ, ਸਗੋਂ ਮਾਲ ਜੋਰ ਦੇ ਜ਼ੋਰ ਨਾਲ ਜਰਵਾਣੀਏ ਅਭਿਮਾਨ ਦਾ ਸ਼ੋਰ ਸ਼ਰਾਬਾ ਹੀ ਮਨ ਅੰਦਰ ਵੱਧਦਾ ਹੈ ਅਤੇ ਪਿਆ ਫੁੰਕਾਰੇ ਮਾਰਦਾ ਫਿਰਦਾ ਹੈ। ਨਾ ਹੀ ਇਹ ਸੱਚਾ ਜ਼ੋਰ ਬਲ ਤਾਣ ਸੁਰਤੀਆਂ ਸਿਮਰਤੀਆਂ ਦੇ ਗਿਆਨ ਵਿਚਾਰ ਦੁਆਰਾ ਦੀਪਤ ਹੁੰਦਾ ਹੈ। ਨਾ ਹੀ ਇਹ ਸੱਚੀ ਆਤਮ ਸ਼ਕਤ ਕਲਾ ਵਾਲਾ ਜ਼ੋਰ ਸੰਸਾਰ ਤਿਆਗ ਦੀਆਂ ਸੰਨਿਆਸੀ ਜੁਗਤੀਆਂ ਕਰਕੇ ਅੰਤਰ ਆਤਮੇ ਹੋਏ ਆਉਂਦਾ ਹੈ, ਪਰੰਤੂ ਜਿਸ ਸਰਬ ਸ਼ਕਤੀਮਾਨ ਸਰਬ ਕਲਾ ਭਰਪੂਰ ਪਰਮਾਤਮਾ ਦੇ ਹੱਥ ਵਸ ਇਸ ਜ਼ੋਰ ਬਲ ਸ਼ਕਤ ਦਾਨ ਦੀ ਸਮਰੱਥਾ ਹੈ, ਉਹੀ ਸਿਰ ਦਾਤਿਆਂ ਦਾਤਾਰ ਵਾਹਿਗੁਰੂ ਜਿਸ ਨੂੰ ਚਾਹੇ ਨਦਰੀ ਨਦਰ ਨਿਹਾਲ ਹੋ ਕੇ ਇਸ ਆਤਮ ਬਲ ਜ਼ੋਰ ਦਾ ਜੀਆ ਦਾਨ ਦੇ ਸਕਦਾ ਹੈ। ਆਪੇ ਹੀ ਦਾਨ ਬਖਸ਼ਦਾ ਹੈ, ਆਪੇ ਹੀ ਬਖਸ਼ ਕੇ ਵੇਖ ਵੇਖ ਵਿਗਸਦਾ ਹੈ। ਆਪਣੀ ਤਾਕਤ ਨਾਲ ਨਾ ਕੋਈ ਤਾਕਤਵਰ ਸਦਾ ਕੇ
ਭਲਾ ਭਲਾ ਉੱਤਮ ਸ੍ਰੇਸ਼ਟ ਜਨ ਕਹਾ ਸਕਦਾ ਹੈ। ਨਾ ਕੋਈ ਤਾਕਤਵਰ ਸਦਾ ਕੇ ਆਪਣੇ ਮੁਕਾਬਲੇ ਵਿੱਚ ਕਿਸੇ ਨੂੰ ਨੀਚ ਹੇਚ ਗਰਦਾਨ ਸਕਦਾ ਹੈ। ਕਿਸੇ ਨੂੰ ਤਾਕਤਵਰ, ਜ਼ੋਰ ਵਾਲਾ, ਸੱਚੀ ਤਾਕਤ ਵਾਲਾ ਬਣਾਉਣਹਾਰ ਉਹ ਆਪ ਅਕਾਲ ਪੁਰਖ ਹੈ। ਜੀਵਾਂ ਦੇ ਕਰਮਾਂ ਅਨੁਸਾਰ ਉੱਤਮ ਨੀਚ ਕੀਤੇ ਜੰਤ ਸਭ ਉਸੇ ਕਰਮ ਫਲ ਦਾਤਾ ਦੇ ਕੀਤੇ ਹੋਏ ਹਨ। ਇਸ ਵਿੱਚ ਹੋਰ ਕਿਸੇ ਦਾ ਕੀ ਵਾਸਤਾ ਹੈ। ਯਥਾ ਪੌੜੀ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ।